यीशु मसीह 23 अगस्त है और 2020। ਅਸੀਂ ਵੇਖਦੇ ਹਾਂ ਕਿ ਲੋਕ ਜਗਵੇਦੀ ਦੇ ਉੱਤੇ ਆਪਣੀਆਂ ਭੇਟਾਂ ਚੜਾਉਂਦੇ ਸੀ, ਜਿਵੇਂ ਅਬਰਾਹਮ, इसहाक और यकूब। और ਅਸੀਂ देखते हैं कि वो सारे लोग अपनियां भेटां इस तरह ही चढ़ाते सन। उन्होंने भेटां ते बकरियां चारदियां 40 सन और दसना कि परमेश्वर उस झाड़ी विच उन्होंने दर्शन दे के मसा करना चाहता। कृपा दवे कूच दी किताब 3 अध्याय तो ये काम शुरू होंदा है। इस करके मेरे अजीजो, जदों उस झाड़ी नूं वेखण वास्ते जिहदे विच साडा यहोवा परमेश्वर जिहड़ा जमीन अते आसमान दा मालिक है, उस झाड़ी विच बैठा होया सी और झाड़ी जिहड़ी है वो अग दे नाल जल रही सी, भस्म नहीं सी हुंदी। और मूसा कहंदा कि मैं ये नज़ारे नूं लागे हो के वेखांगा। उन्हें भेडां पहाड़ के पिछले पासे और आप होरेब के पहाड़ के सामने होया। प्रभु तुहानूं बहुत वड्डी कृपा दवे। पर क्योंकि उत्थे यहोवा परमेश्वर उतरिया होया सी, उसने कहा कि मैं तेरे प्यो दादियां दा परमेश्वर है, मैं ते यकूब दा परमेश्वर है। अपने पैरों तो जुत्ती ला दे, क्योंकि जिहड़ी जगह ते पर यहोवा मूसा दे नाल गल्लां करन वास्ते आ चुके। और फिर असीं वेखदे हां यहोवा परमेश्वर नूं निशान दिते मूसा नूं कि तू इस टांगे नूं जिहड़ा तेरे हाथ विच आ सुट दे। और उसने सुट्या, और सप बन गया। उसने क्या उन्हें फड़िया ते उठा एक निशान। उन्होंने क्या तू पानियां दे उत्ते इस ढांगे नूं लंबा कर देगा ते लहू बन जाएंगे, और जेड़े भी काम मतलब तू करेगा वो हो जाएंगे। और मैं दसना चाहता, फिर मूसा दे जिम्मे सी एक हैकल बनाने, और उस हैकल का परमेश्वर ने उसनूं स्वर्ग विच विखा दिता। इस तरह की हैकल होगी, और उहदा वेड़ा होगा, उहदा पवित्र स्थान होगा, उहदा अति पवित्र स्थान होगा। और वो हैकल बन गई जिहड़ा ऐत दा संदूक पड़दियां विच है। मैं एक हैकल बनावांगा। और जदों उसने हैकल बनाउण दे लई सारे पत्थर काढ़े और सोना चांदी और सारे लकड़ी और जो कुछ भी इकट्ठा किया जिहदे नाल हैकल बननी सी, और एक रात यहोवा पर दे बारे तू सोच रहा है। और खुदा दा सेवक राजा दाऊद इस गल तो हट गया। उन्हें कहा यहोवा ने कहा है, मैं हुण इस तरह आप नहीं बना सकता, तेरा पुत्र
ਸੁਲੇਮਾਨ ਬਣਾਏਗਾ ਤੇ ਫਿਰ ਮੈਂ ਸੁਲੇਮਾਨ ਦੇ ਹੱਥਾਂ ਵਿੱਚ ਸਭ ਕੁਝ ਦਿਆਂਗਾ ਔਰ ਉਹ ਹੀ ਇਸ ਹੈਕਲ ਨੂੰ ਬਣਾਵੇਗਾ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਹੁਣ ਦੀ ਹੈਕਲ ਤੋਂ ਇਹ ਪੱਥਰਾਂ ਲੱਕੜਾਂ ਦੀ ਹੈਕਲ ਬਣਨੀ ਸੀ ਔਰ ਇਹ ਦੁਨੀਆ ਦਾ ਇੱਕ ਬਹੁਤ ਵੱਡਾ ਅਜੂਬਾ ਔਰ ਦੁਨੀਆ ਦਾ ਪਹਿਲਾ ਅਜੂਬਾ ਸੀ ਜਿਹੜਾ ਯਹੋਵਾ ਦੀ ਹੈਕਲ ਸੀ। ਬੜੀ ਉਚਾਈ ਸੀ ਔਰ ਸੋਨੇ ਦੇ ਨਾਲ ਸਾਰੀ ਸੀ। ਔਰ ਮੇਰੇ ਅਜੀਜ਼ੋ, ਮੈਂ ਦੱਸਣਾ ਚਾਹੁੰਦਾ ਹਾਂ ਕਿ ਉਹ ਹੈਕਲ ਯਿਸੂ ਮਸੀਹ ਦੇ ਧਰਤੀ ਦੇ ਉੱਤੇ ਆਉਣ ਤੋਂ 550 ਸਾਲ ਪਹਿਲੇ ਨਬੂਕਦਨਜ਼ਰ ਬਾਬਲ ਦੇ ਰਾਜੇ ਨੇ ਢਾ ਦਿੱਤਾ ਔਰ ਉਸ ਨੂੰ ਫਿਰ ਅਜ਼ਰਾ ਅਤੇ ਨਹੂਮੀਆਂ ਦੇ ਦਿਨਾਂ ਵਿੱਚ ਬਣਾਇਆ ਗਿਆ ਔਰ ਇਹ ਹੈਕਲ ਯਰੂਸ਼ਲਮ ਦੇ ਯਿਸੂ ਮਸੀਹ ਦੇ ਦਿਨਾਂ ਵਿੱਚ ਵੀ ਉੱਥੇ ਖੜੀ ਸੀ। ਪਰ ਇੱਕ ਹੈਕਲ ਹੋਰ ਸੀ, ਕਿਉਂਕਿ ਇਸ ਹੈਕਲ ਵਿੱਚ ਲੋਕ ਜਾਂਦੇ ਸੀ, ਸੁੱਖ ਸ਼ਾਂਤੀਆਂ ਬਲੀਆਂ ਚੜਾਉਂਦੇ ਸੀ ਔਰ ਪਾਪ ਦੀ ਬਲੀ ਚੜਾਉਂਦੇ ਸੀ। ਔਰ ਫਿਰ ਦੱਸਣਾ ਚਾਹੁੰਦਾ ਕਿ ਉਹ ਹੋਮ ਦੀ ਬਲੀ ਚੜਾਉਂਦੇ ਸੀ। ਉਹ ਸਮਝਦੇ ਸੀ ਕਿ ਸਾਡਾ ਪਰਮੇਸ਼ਵਰ ਜਿਹੜਾ ਹੈ ਉਹ ਹੈਕਲ ਦੇ ਵਿੱਚ ਸਾਡੀ ਪ੍ਰਾਰਥਨਾ ਨੂੰ ਸੁਣਦਾ ਹੈ। ਪਰ ਇੱਕ ਕੰਮ ਹੋਰ ਹੋ ਚੁੱਕਿਆ ਹੋਇਆ ਸੀਗਾ, ਉਹ ਇਹ ਸੀ ਯਹੂਨਾ 3:13। ਯਹੂਨਾ 3:13 ਇਹਦੇ ਵਿੱਚ ਲਿਖਿਆ, ਸਵਰਗ ਨੂੰ ਕੋਈ ਨਹੀਂ ਚੜਿਆ ਬਲਕਿ ਉਹ ਜਿਹੜਾ ਸਵਰਗ ਤੋਂ ਉਤਰਿਆ ਅਰਥਾਤ ਮਨੁੱਖ ਦਾ ਪੁੱਤਰ। ਹੁਣ ਅਸੀਂ ਦੇਖਦੇ ਹਾਂ ਮਨੁੱਖ ਦਾ ਪੁੱਤਰ ਕੌਣ ਹੈ? ਦੋਵੇਂ ਹੱਥ ਉਠਾ ਕੇ ਕਹਿੰਦਾ ਸਾਡਾ ਖੁਦਾਵੰਦ ਯਿਸੂ ਮਸੀਹ ਹੈ। ਔਰ ਜਿਹੜੇ ਕੰਮ ਜਿਹੜੇ ਮਤਲਬ ਰੋਗਾਂ ਤੋਂ ਹੈਕਲ ਦੇ ਵਿੱਚ ਜਾ ਕੇ ਲੋਕ ਚੰਗੇ ਹੁੰਦੇ ਸਨ, ਉਹ ਹੁਣ ਰੋਗੀ ਕਿਹਦੇ ਕੋਲ ਆਉਣ ਲੱਗੇ? ਜਾਂ ਕਿੰਨੇ ਆਖਿਆ? ਯਿਸੂ ਮਸੀਹ ਨੇ ਆਖਿਆ। ਉਹਨੇ ਕਿਹਾ, ਹੇ ਸਾਰੇ ਥੱਕੇ ਹੋਇਓ ਅਤੇ ਭਾਰ ਦੇ ਹੇਠ ਦੱਬੇ ਹੋਇਓ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ। ਇਹ ਮੱਤੀ 11 ਯਿਸੂ ਮਸੀਹ ਪਰਮੇਸ਼ਵਰ ਦੀ ਹੈਕਲ ਹੈ। ਔਰ ਪਰਮੇਸ਼ਵਰ ਕਿੱਥੇ ਰਹਿ ਰਿਹਾ ਹੈ? ਹੱਥ ਉਠਾ ਕੇ ਕਹਿਣਾ, ਇੱਕ ਜਿਸਮ ਵਿੱਚ ਰਹਿ ਰਿਹਾ। ਲੇਕਿਨ ਯਹੂਦੀ ਅਜੇ ਵੀ ਕਹਿ ਰਹੇ ਨੇ ਕਿ ਇਹ ਹੈਕਲ ਜਿਹੜੀ ਹੈ ਮਤਲਬ ਉਹ ਵੇਖੋ ਕਿਹੋ ਦੇ ਮਤਲਬ ਸਵਾਰੀ ਹੋਈ ਹੈ। ਇਹ ਹੈਕਲ ਕਿੰਨੀ ਸੋਹਣੀ ਹੈ। ਔਰ ਯਿਸੂ ਮਸੀਹ ਉਹਨਾਂ ਦੇ ਨਾਲ ਉਸ ਹੈਕਲ ਨੂੰ ਵੇਖ ਰਿਹਾ ਸੀ। ਪਰ ਯਾਦ ਰੱਖੋ, ਉਹਨਾਂ ਚੇਲਿਆਂ ਨੂੰ ਸਮਝ ਨਹੀਂ ਸੀ ਆ ਰਹੀ ਵੀ ਯਿਸੂ ਮਸੀਹ ਤੇ ਪਰਮੇਸ਼ਵਰ ਦੀ ਹੈਕਲ। ਔਰ ਵਚਨ ਕਹਿੰਦਾ ਹੈ ਲੂਕਾ 21:5, ਜਾਂ ਬਾਜੇ ਲੋਕ ਹੈਕਲ ਦੇ ਵਿਖੇ ਗੱਲਾਂ ਕਰਦੇ ਸਨ, ਜੋ ਉਹ ਸੋਹਣੇ ਪੱਥਰਾਂ ਅਤੇ ਚੜਾਵਿਆਂ ਨਾਲ ਕਿਹੋ ਜਿਹੀ ਸਵਾਰੀ ਹੋਈ ਹੈ, ਤਾਂ ਉਸ ਆਖਿਆ, ਭਾਈ ਇਹ ਚੀਜ਼ਾਂ ਜਿਹੜੀਆਂ ਤੁਸੀਂ ਵੇਖਦੇ ਹੋ ਦਿਨ ਆਉਣਗੇ ਜਿਨ੍ਹਾਂ ਵਿੱਚ ਇੱਥੇ ਪੱਥਰ ਉੱਤੇ ਪੱਥਰ ਨਾ ਛੱਡਿਆ ਜਾਵੇਗਾ ਜਿਹੜਾ ਡਿੱਗਿਆ ਨਾ ਜਾਵੇ। ਚੇਲਿਆਂ ਦਾ ਬਹੁਤ ਰੋਹ ਨਿਕਲ ਗਿਆ। ਚੇਲੇ ਬੜੇ ਹੈਰਾਨ ਹੋ ਗਏ। ਯਿਸੂ ਮਸੀਹ ਦੇ ਪਿੱਛੇ ਵੀ ਚੱਲ ਕੇ ਉਹ ਬੜੇ ਹੈਰਾਨ ਹੋ ਗਏ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਪਰਮੇਸ਼ਵਰ ਯਿਸੂ ਮਸੀਹ ਦੇ ਅੰਦਰ ਹੈ। ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਜਿਸਮ ਵਿੱਚ ਸਾਡੇ ਨਾਲ ਘੁੰਮ ਰਿਹਾ ਹੈ।
ਉਹਨਾਂ ਨੂੰ ਉਹ ਦਾ ਫਿਕਰ ਪਿਆ ਹੋਇਆ ਸੀ। ਮਿਲਿਆ ਸੀ ਜੋ ਰੱਬ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਤੋਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਯੀਸ਼ੂ ਮਸੀਹ ਜਦ ਆਪਣੇ ਚੇਲਿਆਂ ਦੇ ਨਾਲ ਬੈਠਾ ਹੋਇਆ ਸੀ ਇੱਕ ਦਿਨ, ਔਰ ਉਹਦੇ ਚੇਲੇ ਵੀ ਉਹਦੇ ਨਾਲ ਬੈਠੇ ਹੋਏ ਸਨ। ਉਹਦੇ ਚੇਲੇ ਵੀ ਉਹਦੇ ਨਾਲ ਬੈਠੇ ਹੋਏ ਸਨ। ਔਰ ਮੈਂ ਤੁਹਾਡੇ ਸਾਹਮਣੇ ਪੜ੍ਹਨਾ ਚਾਹੁੰਦਾ, ਅਸੀਂ ਦੇਖਦੇ ਹਾਂ ਕਿ ਫਿਲਿਪਸ ਹੈ ਜਿਹੜਾ ਇੱਕ ਸਵਾਲ ਚੁੱਕਦਾ ਹੈ। ਲਿਖਿਆ ਹੈ ਮੈਂ 6ਵੀਂ ਆਇਤ 14 ਯਹੋਨਾ 14:6 ਨੂੰ, ਔਰ ਲਿਖਤ ਕਹਿੰਦੀ ਹੈ ਯੀਸ਼ੂ ਨੇ ਉਹਨੂੰ ਆਖਿਆ, ਰਾਹ ਅਤੇ ਸੱਚਾਈ ਅਤੇ ਜੀਵਨ ਮੈਂ ਹਾਂ। ਕੋਈ ਮੇਰੇ ਵਸੀਲੇ ਤੋਂ ਬਿਨਾਂ ਪਿਤਾ ਦੇ ਕੋਲ ਨਹੀਂ ਆਉਂਦਾ। ਜੇ ਤੁਸੀਂ ਮੈਨੂੰ ਜਾਣਦੇ ਹੋ ਤੇ ਮੇਰੇ ਪਿਤਾ ਨੂੰ ਵੀ ਜਾਣਦੇ ਹੋ। ਇਹ ਤੋਂ ਅੱਗੇ ਜਾਣਦੇ ਹੋ, ਤੁਸੀਂ ਉਹਨੂੰ ਵੇਖ ਵੀ ਲਿਆ ਹੈ। ਹੁਣ ਅਸੀਂ ਵੇਖਦੇ ਹਾਂ ਕਿ ਇਸ ਗੱਲ ਨੂੰ ਫਿਲਿਪਸ ਉੱਚਾ ਚੁੱਕਦਾ ਹੈ, ਔਰ ਉਹ ਕਹਿੰਦਾ ਹੈ, ਫਿਲਿਪਸ ਨੇ ਉਸ ਨੂੰ ਆਖਿਆ, ਯੀਸ਼ੂ ਮਸੀਹ ਨੂੰ ਫਿਲਿਪਸ ਨੇ ਆਖਿਆ, ਪ੍ਰਭੂ ਜੀ, ਪਿਤਾ ਦਾ ਸਾਨੂੰ ਦਰਸ਼ਨ ਕਰਾ ਤਾਂ ਸਾਨੂੰ ਤ੍ਰਿਪਤ ਆਵੇਗੀ। ਯੀਸ਼ੂ ਨੇ ਉਹਨੂੰ ਆਖਿਆ, ਫਿਰ ਇੰਨੇ ਚਿਰ ਤੋਂ ਮੈਂ ਤੁਹਾਡੇ ਨਾਲ ਹਾਂ, ਔਰ ਕੀ ਤੂੰ ਮੈਨੂੰ ਨਹੀਂ ਜਾਣਿਆ? ਜਿਨ ਮੈਨੂੰ ਵੇਖਿਆ ਉਹਨੇ ਪਿਤਾ ਨੂੰ ਵੇਖਿਆ ਹੈ। ਤੂੰ ਕਿਉਂ ਆਖਦਾ ਹੈ, ਭਾਈ ਸਾਨੂੰ ਪਿਤਾ ਦਾ ਦਰਸ਼ਨ ਕਰਾ? ਕੀ ਤੂੰ ਸੱਚ ਨਹੀਂ ਮੰਨਦਾ ਜੋ ਮੈਂ ਪਿਤਾ ਵਿੱਚ ਔਰ ਪਿਤਾ ਮੇਰੇ ਵਿੱਚ ਹੈ? ਉਹ ਕਹਿ ਰਿਹਾ ਸੀ ਸਾਨੂੰ ਪਿਤਾ ਦਾ ਦਰਸ਼ਨ ਕਰਾ। ਫਿਲਿਪਸ ਕਹਿ ਰਿਹਾ ਸੀ ਸਾਨੂੰ ਪਿਤਾ ਦਾ ਕੀ ਕਰਾ? ਦਰਸ਼ਨ ਕਰਾ। ਯੀਸ਼ੂ ਮਸੀਹ ਕਹਿ ਰਿਹਾ ਸੀ ਕਿ ਜਿਨੇ ਮੈਨੂੰ ਵੇਖਿਆ ਉਹਨੇ ਪਿਤਾ ਨੂੰ ਵੇਖ ਲਿਆ ਹੈ। ਔਰ ਫਿਲਿਪਸ ਬੜਾ ਹੈਰਾਨ ਹੈ, ਔਰ ਯੀਸ਼ੂ ਮਸੀਹ 10ਵੀਂ ਆਇਤ ਨੂੰ ਕਹਿ ਰਿਹਾ ਹੈ ਕਿ ਜੋ ਪਿਤਾ ਵਿੱਚ, ਜੋ ਮੈਂ ਪਿਤਾ ਵਿੱਚ ਔਰ ਪਿਤਾ ਮੇਰੇ ਵਿੱਚ ਹੈ। ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਹਾਂ, ਆਪ ਤੋਂ ਨਹੀਂ ਆਖਦਾ, ਪਰ ਪਿਤਾ ਮੇਰੇ ਵਿੱਚ ਰਹਿੰਦਿਆਂ ਇਹ ਕੰਮ ਕਰਦਾ ਹੈ। ਮੇਰੀ ਪ੍ਰਤੀਤ ਕਰੋ, ਮੈਂ ਪਿਤਾ ਵਿੱਚ ਔਰ ਪਿਤਾ ਮੇਰੇ ਵਿੱਚ, ਨਹੀਂ ਤਾਂ ਮੇਰੇ ਕੰਮਾਂ ਹੀ ਦੇ ਕਾਰਨ ਪ੍ਰਤੀਤ ਕਰੋ। ਕੰਮਾਂ ਦੇ ਕਾਰਨ ਮੈਂ ਇਸ ਨੂੰ ਥੋੜਾ ਜਿਹਾ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ, ਔਰ ਮੇਰੇ ਕੋਲ ਇੱਥੇ ਯਸ਼ਾਇਆ 35 ਅਧਿਆਇ ਹੈ, ਤੇ ਮੈਂ ਉਹਨੂੰ ਜ਼ਰੂਰ ਯਸ਼ਾਇਆ 35 ਨੂੰ ਤੁਹਾਡੇ ਸਾਹਮਣੇ ਰੱਖ ਦੇਣਾ ਚਾਹੁੰਦਾ। ਉਹ ਬੜਾ ਜ਼ਰੂਰੀ ਹੈ ਇਸ ਗੱਲ ਨੂੰ ਕਿ ਪਿਤਾ ਮੇਰੇ ਵਿੱਚ ਰਹਿ ਕੇ ਆਪਣੇ ਕੰਮ ਕਰਦਾ ਹੈ। ਜੇ ਤੁਹਾਨੂੰ ਨਹੀਂ ਪਤਾ ਤੇ ਮੇਰੇ ਕੰਮਾਂ ਦੇ ਕਾਰਨ ਹੀ ਤੁਸੀਂ ਕੀ ਕਰੋ? ਪਰ ਕੰਮ ਕੀ ਸਨ? ਅੰਨੇ ਵੇਖਦੇ ਸਨ, ਗੂੰਗੇ ਔਰ ਲੰਗੜੇ ਚੱਲਦੇ ਸਨ, ਔਰ ਇਹੀ ਕੰਮ ਤੇ ਪਰਮੇਸ਼ਰ ਨੇ ਕਰਨੇ ਸੀ। ਇਹੀ ਕੰਮ ਕੌਣ ਕਰ ਰਿਹਾ ਹੈ? ਯਹੋਵਾ ਪਰਮੇਸ਼ਰ ਯੀਸ਼ੂ ਮਸੀਹ ਦੇ ਵਿੱਚ ਰਹਿ ਕੇ ਕਰ ਰਿਹਾ ਹੈ। ਔਰ ਇਸੇ ਗੱਲ ਦਾ ਯਹੂਦੀਆਂ ਨੂੰ ਪਤਾ ਨਹੀਂ ਲੱਗਿਆ। ਆਓ ਮੈਂ ਤੁਹਾਨੂੰ ਯਸ਼ਾਇਆ 35:4 ਵਿੱਚ ਲੈ ਕੇ ਚੱਲਿਆ। ਯਸ਼ਾਇਆ 35:4। ਪ੍ਰਭੂ ਤੁਹਾਨੂੰ ਬਹੁਤ ਵੱਡੀ ਕਿਰਪਾ ਦੇਵੇ। ਯਸ਼ਾਇਆ 35:4 ਜਿਹੜੀ ਮੈਂ ਤੁਹਾਡੇ ਸਾਹਮਣੇ ਖੋਲ ਕੇ ਰੱਖਣੀ ਚਾਹੁੰਦਾ ਹਾਂ। ਔਰ ਇਹ 35:4 ਹੈ
ਤੁਹਾਡੇ ਲਈ ਵੀ ਇਹ ਬਹੁਤ ਵੱਡੀ ਗੱਲ ਹੋਵੇਗੀ। ਲਿਖਿਆ ਹੈ, ਧੜਕਦੇ ਦਿਲ ਵਾਲਿਆਂ ਨੂੰ ਆਖੋ ਤਗੜੇ ਹੋ। ਕੌਣ ਕਹਿ ਰਿਹਾ ਹੈ? ਯਸ਼ਾਇਆ ਕਹਿ ਰਿਹਾ ਹੈ, ਔਰ ਯਸ਼ਾਇਆ ਕਹਿ ਰਿਹਾ ਹੈ, ਔਰ ਅਸੀਂ ਦੇਖਦੇ ਹਾਂ ਕਿਹਦੇ ਬਾਰੇ ਵਿੱਚ ਕਹਿ ਰਿਹਾ ਹੈ? ਯਹੋਵਾ ਪਰਮੇਸ਼ਰ ਦੇ ਬਾਰੇ ਵਿੱਚ। ਔਰ ਲਿਖਤ ਕਹਿੰਦੀ ਹੈ, ਧੜਕਦੇ ਦਿਲ ਵਾਲਿਆਂ ਨੂੰ ਆਖੋ ਤਗੜੇ ਹੋਵੋ, ਨਾ ਡਰੋ, ਆਪਣੇ ਪਰਮੇਸ਼ਰ ਨੂੰ ਵੇਖੋ। ਉਹ ਬਦਲੇ ਨਾਲ, ਸਗੋਂ ਪਰਮੇਸ਼ਰ ਦੇ ਵੱਟੇ ਨਾਲ ਆਵੇਗਾ। ਉਹ ਆਵੇਗਾ ਅਤੇ ਤੁਹਾਨੂੰ ਬਚਾਵੇਗਾ। ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ ਅਤੇ ਬੋਲਿਆਂ ਦੇ ਕੰਨ ਖੁੱਲ ਜਾਣਗੇ। ਤਦ ਲੰਗਾ ਹਿਰਨ ਵਾਂਗੂ ਝੌਂਪੜੀਆਂ ਭਰੇਗਾ ਅਤੇ ਗੂੰਗੇ ਦੀ ਜ਼ਬਾਨ ਜੈ ਜੈਕਾਰ ਕਰੇਗੀ। ਇਹ ਸਾਰੀਆਂ ਗੱਲਾਂ ਕਿੱਥੇ ਪੂਰੀਆਂ ਹੋਈਆਂ? ਇਹ ਯਿਸੂ ਮਸੀਹ ਦੇ ਵਿੱਚ ਪੂਰੀਆਂ ਹੋਈਆਂ ਨੇ। ਔਰ ਯਿਸੂ ਮਸੀਹ ਨੇ ਕਿਹਾ, ਜੇ ਤੁਹਾਨੂੰ ਇਹ ਮੈਂ ਦੱਸਿਆ ਵਾ ਕਿ ਪਰਮੇਸ਼ਰ ਮੇਰੇ ਵਿੱਚ ਰਹਿ ਕੇ ਇਹ ਕੰਮ ਕਰ ਰਿਹਾ ਹੈ, ਤੁਸੀਂ ਮੇਰੇ ਕੰਮਾਂ ਦੇ ਕਾਰਨ ਹੀ ਪ੍ਰਤੀਤ ਕਰੋ ਕਿ ਪਿਤਾ ਮੇਰੇ ਵਿੱਚ ਹੈ। ਔਰ ਯਿਸੂ ਮਸੀਹ ਵੀ ਯਹੋਵਾ ਦੀ ਹੈਕਲ ਸੀ। ਉਹ ਹੈ ਯਹੋਵਾ ਦੀ ਹੈਕਲ। ਪ੍ਰਭੂ ਤੁਹਾਨੂੰ ਬਹੁਤ ਵੱਡੀ ਕਿਰਪਾ ਦੇਵੇ। ਸਾਨੂੰ ਇਹਨਾਂ ਸਾਰੀਆਂ ਗੱਲਾਂ ਨੂੰ ਬਹੁਤ ਵਧੀਆ ਢੰਗ ਦੇ ਨਾਲ ਪੜ੍ਹ ਲੈਣਾ ਚਾਹੀਦਾ ਹੈ ਔਰ ਇਹਦੇ ਉੱਤੇ ਵਿਸ਼ਵਾਸ ਵੀ ਕਰਨਾ। ਪ੍ਰਭੂ ਬਹੁਤ ਵੱਡੀ ਬਰਕਤ ਦੇਵੇ। ਮੈਂ ਹੁਣ ਤੁਹਾਨੂੰ ਲੈ ਕੇ ਜਾ ਰਿਹਾ ਹਾਂ ਔਰ ਇੱਕ ਆਇਤ ਵੱਲ ਲੈ ਕੇ ਜਾ ਰਿਹਾ ਹਾਂ। ਔਰ ਇਹ ਪ੍ਰਕਾਸ਼ 3 ਹੈ। ਪ੍ਰਕਾਸ਼ 3 ਦੀ ਵੀ ਮੈਂ ਤੁਹਾਡੇ ਸਾਹਮਣੇ ਛੇਤੀ ਛੇਤੀ ਪੜਨ ਲੱਗਿਆ ਹਾਂ ਔਰ ਛੇਤੀ ਛੇਤੀ ਤੁਹਾਨੂੰ ਦੱਸਣ ਵਾਲਾ ਹਾਂ। ਔਰ ਲਿਖਤ ਕਹਿੰਦੀ ਹੈ, ਵੇਖ ਮੈਂ ਬੂਹੇ ਉੱਤੇ ਖਲੋਤਾ ਅਤੇ ਖੜਕਾਉਂਦਾ ਹਾਂ। ਜੋ ਕੋਈ ਮੇਰੀ ਆਵਾਜ਼ ਸੁਣੇ ਅਤੇ ਬੂਹਾ ਖੋਲ ਦਵੇ ਤਾਂ ਮੈਂ ਉਹਦੇ ਕੋਲ ਅੰਦਰ ਜਾਵਾਂਗਾ ਅਤੇ ਉਹਦੇ ਨਾਲ ਪ੍ਰਸਾਦ ਛਕਾਂਗਾ ਅਤੇ ਉਹ ਮੇਰੇ ਨਾਲ ਛਕੇਗਾ। ਹੁਣ ਅਸੀਂ ਦੇਖਦੇ ਹਾਂ ਪ੍ਰਭੂ ਸਾਡੇ ਅੰਦਰ ਆਉਣਾ ਚਾਹੁੰਦਾ ਹੈ। ਬਾਹਰ ਹੈ ਖਲੋਤਾ ਹੋਇਆ। ਇਸ ਯੁੱਗ ਨੇ ਉਹਨੂੰ ਆਪਣੇ ਵਿੱਚੋਂ ਬਾਹਰ ਕੱਢਿਆ ਹੋਇਆ ਹੈ। ਉਸ ਤਰ੍ਹਾਂ ਤੇ ਉਹ ਕਹਿ ਰਹੇ ਨੇ ਬੜਾ ਕੁਛ। ਪ੍ਰਭੂ ਤੁਹਾਨੂੰ ਬੜੀ ਵੱਡੀ ਕਿਰਪਾ ਦੇਵੇ। ਪਰ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਔਰ ਆਪਣੇ ਕੋਲੋਂ ਨਹੀਂ ਆਖਾਂਗਾ, ਮੈਂ ਲਿਖਤ ਦਵਾਂਗਾ ਤੇ ਫਿਰ ਆਖਾਂਗਾ। ਜਿਹੜੀ ਗੱਲ ਤੁਹਾਡੇ ਸਾਹਮਣੇ ਮੈਂ ਕਰਨੀ ਚਾਹੁੰਦਾ। ਟੌਪਿਕ ਹੈ ਹੈਕਲ। ਟੌਪਿਕ ਹੈ ਹੈਕਲ। ਔਰ ਉਹ ਹੈਕਲ ਦੀ ਔਰ ਇੱਥੇ ਪਹਿਲਾ ਕਰੰਥੀਆਂ 3 ਅਧਿਆਏ ਔਰ ਉਸ ਦੀ 16 ਆਇਤ ਹੈ। ਹੁਣ ਕਿਉਂਕਿ ਯਿਸੂ ਮਸੀਹ ਪਵਿੱਤਰ ਆਤਮਾ ਦੇ ਦੁਆਰਾ ਮਨੁੱਖ ਦੇ ਅੰਦਰ ਆਉਣਾ ਚਾਹੁੰਦਾ ਹੈ ਔਰ ਉਹਨੂੰ ਆਪਣੀ ਹੈਕਲ ਬਣਾਉਣਾ ਚਾਹੁੰਦਾ ਹੈ। ਔਰ ਲਿਖਤ ਕਹਿੰਦੀ ਹੈ ਕਿ ਤੁਸੀਂ ਇਹ ਨਹੀਂ ਜਾਣਦੇ ਜੋ ਤੁਸੀਂ ਪਰਮੇਸ਼ਰ ਦੀ ਹੈਕਲ ਹੋ ਅਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ। ਜੇ ਕੋਈ ਪਰਮੇਸ਼ਰ ਦੀ ਹੈਕਲ ਦਾ ਨਾਸ਼ ਕਰੇ ਤਾਂ ਪਰਮੇਸ਼ਰ ਉਹਦਾ ਨਾਸ਼ ਕਰੇਗਾ, ਕਿਉਂ ਜੋ ਪਰਮੇਸ਼ਰ ਦੀ ਹੈਕਲ ਪਵਿੱਤਰ ਹੈ ਅਤੇ ਇਹੋ ਤੁਸੀਂ। ਅੱਜ ਅੰਦਰ ਰਹਿਣਾ ਚਾਹੁੰਦੇ, ਅੱਜ ਪ੍ਰਭੂ ਦਾ ਆਤਮਾ ਸਾਡੇ ਅੰਦਰ ਰਹਿਣਾ
करके उन्हें चेलियां नूं 120 की जमात जद तक तुसी उपरों शक्ति ना पाओ तुसी यरूशलेम तो बाहर नहीं जाना। जहाँ पवित्र आत्मा तुहाडे उत्ते आवेगा फिर तुसी शक्ति पाओगे, फिर तुसी यरूशलेम, यहूदिया, सामरिया सब धरती दे बन्नियां तक मेरे गवाह हो। फिर पवित्र आत्मा उन्हां दे उत्ते उतरिया और सारे भर गए। पवित्र आत्मा उन्हां दे अंदर चले गया, उन्हां दा शरीर बाहर सी, खुदा दा आत्मा उन्हां दे अंदर सी। इसे करके पौलुस कहता है जो तुसी परमेश्वर दी हैकल हो और परमेश्वर दा आत्मा तुहाडे विच रहिंदा है। आओ मेरे अजीजो, यीशु मसीह बाहर खलोता होया है, आओ असीं उहनूं अंदर आउण दईए, वो साडे अंदर आवेगा, वो साडे नाल प्रशा सकेगा, असीं ओहदे नाल छकांगे। फिर उसने कहा मेरियां गल्लां तुहाडे विच होणगियां, तुहाडीआं गल्लां मेरे विच होणगियां। क्योंकि पौलुस कहंदा तुसी ये नहीं जानते जो तुसी परमेश्वर दी हैकल हो। और मेरे अजीजो दुआ करेंगे। साडे प्रभु यीशु मसीह अज फिर छोटे जे संदेश वास्ते तेरा बहुत बहुत धन्यवाद करता हाँ। तेरे बच्चे प्रभु इन्हां महान सच्चाइयां दे लागे खलोते हुए ने और प्रभु इन्हां महान सच्चाइयां नूं कबूल कर लैन और खुदावन तेनों अपना जीवन दे देन और प्रभु यीशु मसीह तेरे वचन के अधीन होके जिंदगी गुजारें। तेरा शुक्र होवे प्रभु, सुन वाले दे जीवन ते तेरे वचन का गहरा असर होवे। तेरा शुक्र होवे। दुआ यीशु मसीह के नाम विच